अस्सलाम वालेकुम। एयरपोर्ट ਤੇ अगर ਤੁਸੀਂ ਸਮਾਨ ਬੁੱਕ ਕਰਾ ਦਿੰਦੇ ਹੋ, ਉਸ ਤੋਂ ਬਾਅਦ ਤੁਹਾਡਾ ਸਮਾਨ ਨਹੀਂ ਲੱਭਦਾ ਜਾਂ ਤੁਹਾਡੇ ਸਮਾਨ ਨੂੰ ਨੁਕਸਾਨ ਪਹੁੰਚਦਾ ਹੈ, ਉਹ 에ਅਰਲਾਈਨ ਵਾਲਿਆਂ ਦੀ ਜ਼ਿੰਮੇਵਾਰੀ ਹੈ ਤੁਹਾਨੂੰ ਸਮਾਨ ਪੂਰਾ ਕਰਕੇ ਦੇਣ। ਉਹਨਾਂ ਦੀ ਇੰਸ਼ੋਰੈਂਸ ਜਿਹੜੀ ਹੈ ਰਿਕਵਰ ਕਰਦੀ ਹੈ। ਹਰ ਬੰਦੇ ਦਾ ਦਿਲ ਇਹ ਹੀ ਕਰਦਾ ਕਿ ਸਾਡਾ ਸਮਾਨ ਗੁੰਮ ਹੀ ਜੇ, ਅਸੀਂ ਇਹਨਾਂ ਤੇ ਮੁੱਦਾ ਪਾਈਏ ਚੰਗੇ ਜ਼ਿਆਦਾ ਤੋਂ ਜ਼ਿਆਦਾ। ਜਵਾਨ ਕਹਿੰਦਾ ਮੈਂ ਪਾਕਿਸਤਾਨ ਨੂੰ ਆ ਰਿਹਾ ਸੀ, ਮੇਰੇ ਅੱਗੇ ਇੱਕ ਫੈਮਿਲੀ ਸੀ, ਉਹਨਾਂ ਦੇ 4-5 ਬੱਚੇ ਸੀ। ਕਹਿੰਦਾ ਢੇਰ ਹੀ ਉਹਨਾਂ ਕੋਲ ਟੈਚੀ ਹੈ। ਕਹਿੰਦਾ ਤੁਹਾਨੂੰ ਪਤਾ ਜੂੰ ਹੀ ਅੰਦਰ ਵੜੀ ਦਾ ਅੱਗੇ ਮਸ਼ੀਨਾਂ ਲੱਗੀਆਂ ਉਹਦੇ ਚੋਂ ਸਮਾਨ ਕੱਢ ਕੇ ਅੱਗੇ ਲਿਆਵੀਦਾ। ਕਹਿੰਦਾ ਉਹ ਬੰਦਾ ਇੰਗਲਿਸ਼ ਬੋਲਦਾ, ਕਹਿੰਦਾ ਉਹਨੇ ਸਾਰੇ बैग ਜਿਹੜੇ ਮਸ਼ੀਨ ਚੋਂ ਰੱਖ ਕੇ ਹੈਗਾ ਆਇਆ। ਕਹਿੰਦਾ ਅੱਗੂ ਆ ਕੇ ਤੁਹਾਨੂੰ ਪਤਾ ਬੈਗ ਖਲਵਾ ਕੇ ਉਹ ਚੈੱਕ ਕਰਦੇ ਨੇ। ਕਹਿੰਦਾ ਮੈਂ ਜਿਸੇ ਬੈਗ ਇਹ ਚੈੱਕ ਕਰਾਉਣਾ ਸੀ, ਕਹਿੰਦਾ ਮੈਨੂੰ ਕਹਿੰਦਾ ਕਿ ਯਾਰ ਇਹ ਕਿੱਥੇ ਦਾ ਕਾਨੂੰਨ ਹੈ ਕਿ ਅਸੀਂ ਇੱਥੇ ਬੈਗ ਖੋਲ ਕੇ ਤੇ ਇਹਨਾਂ ਨੂੰ ਚੈੱਕ ਕਰਾਈਏ। ਕਹਿੰਦਾ ਮੈਂ ਕਿਹਾ ਕੀ ਕਰੀਏ ਹੁਣ, ਪਾਕਿਸਤਾਨ ਜੇ ਇਸ ਤਰ੍ਹਾਂ ਦੇ ਵਾਕਿਆਤ ਜੇ ਹੁੰਦੇ ਨੇ ਇਹਨਾਂ ਦੀ ਮਜਬੂਰੀ ਹੈ ਇਹਨਾਂ ਚੈੱਕ ਕਰਨਾ ਹੀ। ਕਹਿੰਦਾ ਨਹੀਂ ਮੈਂ ਤੇ ਇਹਨਾਂ ਨੂੰ ਬੈਗ ਨਹੀਂ ਚੈੱਕ ਕਰਾਣੇ। ਉਹਨਾਂ ਕਿਹਾ ਤੁਹਾਨੂੰ ਚੈੱਕ ਕਰਾਣੇ ਪੈਣੇ ਜੇ ਉਹਨਾਂ ਨੇ ਤੁਹਾਨੂੰ ਆਖਿਆ ਤੇ। ਕਹਿੰਦਾ ਮੈਂ ਨਹੀਂ ਚੈੱਕ ਕਰਾਣੇ, ਜੋ ਮਰਜ਼ੀ ਹੋ ਜੇ। ਕਹਿੰਦਾ ਬਹਰਹਾਲ ਜਿਸਲੇ ਮੈਂ ਬੈਗ ਚੈੱਕ ਕਰਾ ਰਿਹਾ ਤੇ ਉਸ ਤੋਂ ਬਾਅਦ ਉਸ ਬੰਦੇ ਦੀ ਵਾਰੀ ਆਈ। ਉਹਨੇ ਆਖਿਆ ਸਰ ਇਹ ਬੈਗ ਜਿਹੜਾ ਆਪਣਾ ਚੁੱਕ ਕੇ ਉੱਤੇ ਰੱਖੋ। ਕਹਿੰਦਾ ਨਹੀਂ ਮੈਂ ਨਹੀਂ ਰੱਖਣਾ ਉੱਤੇ, ਮੈਂ ਨਹੀਂ ਚੈੱਕ ਕਰਾਣਾ ਬੈਗ। ਉਹਨੇ ਆਖਿਆ ਸਰ ਤੁਹਾਨੂੰ ਚੈੱਕ ਕਰਾਣਾ ਪੈਣਾ, ਤੁਹਾਡਾ ਬੈਗ ਲਾਜ਼ਮੀ ਅਸੀਂ ਚੈੱਕ ਕਰਾਂਗੇ। ਉਹਨੇ ਆਖਿਆ ਨਹੀਂ ਮੈਂ ਨਹੀਂ ਚੈੱਕ ਕਰਨ ਦੇਣਾ ਤੁਹਾਨੂੰ। ਉਹਨੇ ਆਖਿਆ ਕਿਸ ਤਰ੍ਹਾਂ ਨਹੀਂ ਤੁਸੀਂ ਚੈੱਕ ਕਰਨ ਦੇਣਾ, ਜੇ ਤੁਸੀਂ ਨਾ ਚੈੱਕ ਕਰਨ ਦਿਓਗੇ ਤੇ ਤੁਸੀਂ ਜਿਹੜਾ ਸਮਾਨ ਵਾਪਸ ਭੇਜ ਦਿਓਗੇ, ਤੁਹਾਡਾ ਸਮਾਨ ਨਹੀਂ ਅੱਗੇ ਜਾ ਸਕਦਾ। ਕਹਿੰਦਾ ਫਿਰ ਉਹਨੇ ਮਜਬੂਰ ਹੋ ਕੇ ਬੈਗ ਜਿਹੜਾ ਚੁੱਕ ਕੇ ਉੱਤੇ ਰੱਖਿਆ। ਉਹਨੇ ਇਸ ਵੇਲੇ ਖੋਲਿਆ ਤੇ ਕਹਿੰਦਾ ਉਹਨੇ ਇਸੇ ਚੈੱਕ ਕਰਨਾ ਸ਼ੁਰੂ ਕੀਤਾ। ਕਾਫੀ ਜਿਹੜਾ ਖਾਣ ਵਾਲੀਆਂ ਚੀਜ਼ਾਂ ਸੀ ਫਰੈਸ਼। ਉਹਨੇ ਆਖਿਆ ਤੁਸੀਂ ਨਹੀਂ ਲੈ ਕੇ ਜਾ ਸਕਦੇ, ਇੱਥੇ ਅਲਾਓ ਨਹੀਂ ਹੈ। ਕਹਿੰਦਾ ਅੱਗੋਂ ਉਹਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿਆ, ਕਿਉਂ ਨਹੀਂ, ਹੋਰ ਵੀ ਬੰਦੇ ਲੈ ਕੇ ਜਾਂਦੇ ਨੇ, ਮੈਂ ਕਿਉਂ ਨਹੀਂ ਲੈ ਕੇ ਜਾ ਸਕਦਾ, ਤੁਸੀਂ ਪੈਸੇ ਖਾਣ ਵਾਸਤੇ। ਉਹਨੇ ਕਿਹਾ ਸਰ ਇਸ ਤਰ੍ਹਾਂ ਦੀ ਗੱਲ ਨਾ ਕਰੋ, ਜੇ ਮੈਂ ਤੁਹਾਡੇ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਹੈ ਤੇ ਫਿਰ ਤੁਸੀਂ ਮੈਨੂੰ ਕਹਿ ਸਕਦੇ ਹੋ, ਮੈਂ ਤੁਹਾਨੂੰ ਕਹਿ ਰਿਹਾ ਕਿ ਸਮਾਨ ਤੁਸੀਂ ਨਹੀਂ ਲੈ ਕੇ ਜਾ। ਕਹਿੰਦਾ ਉਹ ਇੰਗਲਿਸ਼ ਗੱਲਾਂ ਕਰੀ ਜੇ। ਕਹਿੰਦਾ ਇੱਕ ਦੋ ਹੋਰ ਜਿਹੜਾ ਆਫੀਸਰ ਉਹ ਆ ਗਏ। ਉਹਨੇ ਕਿਹਾ ਕੀ ਮਸਲਾ ਹੋ ਗਿਆ। ਉਹਨੇ ਕਿਹਾ ਜੀ ਇਹ ਮਸਲਾ ਹੈ, ਇਹ ਸਰ ਜਿਹੜੇ ਨੇ ਇਹ ਨਹੀਂ ਚੀਜ਼ਾਂ ਵਿੱਚੋਂ ਕੱਢ ਰਹੇ, ਇਹ ਨਹੀਂ ਅਲਾਓ ਲੈ ਕੇ ਜਾਣ ਦੀਆਂ। ਕਹਿੰਦਾ ਆਫੀਸਰ ਹੈ, ਉਹਨੇ ਆ ਕੇ ਸਮਝਾਉਣਾ ਕਿ ਸਰ ਕਿਉਂ ਆਪਣੀ ਫਲੈਟ ਮਿਸ ਕਰਦੇ ਹੋ ਪਏ, ਪਿੱਛੇ ਦੇਖੋ ਕਿਤਨੀ ਆਵਾਮ ਹੈ ਤੁਹਾਡੇ ਲੱਗੀ, ਇਸ ਵਾਸਤੇ ਤੁਸੀਂ ਡਿਸਟਰਬ ਨਾ ਕਰੋ, ਆਪਣੀਆਂ ਜਿਹੜੀਆਂ 2-4 ਚੀਜ਼ਾਂ ਨੇ ਵਿੱਚੋਂ ਕੱਢ ਦਿਓ। ਕਹਿੰਦਾ ਉਹ ਪਹਿਲਾਂ ਤੇ ਮੰਨਦਾ ਨਹੀਂ ਆ ਪਿਆ, ਬਾਅਦ ਜਿਹੜਾ ਕਾਫੀ ਗੱਲਾਂ ਕਰਕੇ ਉਹਨੇ ਫਿਰ ਉਹ ਚੀਜ਼ਾਂ ਜਿਹੜੀਆਂ ਕਰੀਆਂ। ਕਹਿੰਦਾ ਮੈਂ ਆਪੂ ਜਾ ਕੇ ਬਾਹਰ ਬੰਦੇ ਨੂੰ ਦੇ ਕੇ ਉਹਨੇ ਕਿਹਾ ਸਰ ਬਿਲਕੁਲ ਅਸੀਂ ਤੁਹਾਡੇ ਨਾਲ ਚੱਲਨੇ ਆ, ਜਾ ਕੇ ਜਿਹੜੇ ਬੰਦੇ ਨੂੰ ਦੇਣੀਆਂ ਨੇ ਤੁਸੀਂ ਦੇ ਲਓ। ਕਹਿੰਦਾ ਬਹੁਤ ਅੱਛਾ ਉਹਨਾਂ ਨੇ ਤਾਵਨ ਕੀਤਾ। ਜ਼ਾਹਿਰੀ ਗੱਲ ਹੈ ਉਹਨਾਂ ਦੀ ਮਜਬੂਰੀ ਹੁੰਦੀ ਹੈ, ਜਿਸਲੇ ਬੰਦਾ ਅੱਗੇ ਨਿਕਲ ਜਾਂਦਾ ਫਿਰ ਦੁਬਾਰਾ ਕੰਪਲੇਨ ਆਉਂਦੀ ਹੈ, ਜ਼ਾਹਿਰੀ ਗੱਲ ਹੈ 에ਅਰਪੋਰਟ ਨੂੰ ਮਸਲਾ ਬਣਦਾ। ਕਹਿੰਦਾ ਉਹਨੇ ਬੜਾ ਸੋਹਣਾ ਦਾ ਸਮਾਨ ਚੈੱਕ ਕੀਤਾ, ਨਾਲ ਹੋ ਕੇ ਉਹਨੇ ਬੈਗ ਜਿਹੜੇ ਬੰਦ ਵੀ ਕਰਾਏ। ਕਹਿੰਦਾ ਲੇਕਿਨ ਉਸ ਬੰਦੇ ਦੇ ਸਿਰ ਮੱਥੇ ਤੇ ਫੇਰ ਵੀ ਜਿਹੜਾ ਵੱਟ ਪਏ ਸੀ, ਬੜੇ ਗੁੱਸੇ ਵਿੱਚ ਆਇਆ। ਕਹਿੰਦਾ ਆਪਣੇ ਬੱਚੇ 'ਚ ਲੈ ਕੇ ਤੇ ਅੱਗੂ ਜਾ ਕੇ ਗੱਲਾਂ ਕਰੀ ਜੇ। ਕਹਿੰਦਾ ਯਾਰ ਪਾਕਿਸਤਾਨ ਆ ਕੇ ਮੈਂ ਬੜਾ ਗਲਤ ਕੀਤਾ, ਇੱਥੇ ਆ ਕੇ ਨਾ ਮੈਨੂੰ ਬੜਾ ਤੰਗ ਕੀਤਾ। ਕਹਿੰਦਾ ਇੱਕ ਦੋ ਬੰਦੇ ਨੇ ਸਮਝਾਇਆ ਵੀ ਕਿ ਇਹਨਾਂ ਦੀ ਮਜਬੂਰੀ ਹੈ, ਇਹਨਾਂ ਨੇ ਚੈੱਕ ਕਰਨਾ ਹੁੰਦਾ, ਕੋਈ ਚੀਜ਼ ਐਸੀ ਵੈਸੀ ਹੋ ਵੀ ਸਕਦੀ ਹੈ, ਬੰਦੇ ਲੈ ਕੇ ਜੇ ਜਾਂਦੇ ਨੇ ਇਸ ਵਾਸਤੇ ਬੰਦੇ ਚੈੱਕ ਕਰਦੇ ਨੇ। ਕਹਿੰਦਾ ਬਹਰਹਾਲ ਉਹ ਅੱਗੇ ਗਿਆ, ਜਿਸਲੇ ਬੋਰਡਿੰਗ ਕਰਾਉਣ ਲਿਆ ਫਿਰ ਉੱਥੇ ਸਮਾਨ 1-2 ਕਿਲੋ ਜ਼ਿਆਦਾ ਸੀ। ਉਹਨਾਂ ਕਿਹਾ ਜੀ ਸਰ ਤੁਹਾਡਾ ਸਮਾਨ ਜ਼ਿਆਦਾ ਹਰ ਬੈਗ 'ਚ, ਤੁਸੀਂ ਇੰਝ ਕਰੋ ਆਪਣਾ ਸਮਾਨ ਜਿਹੜਾ ਘਟਾਓ ਵਿੱਚੋਂ। ਉਹ ਕਹਿੰਦਾ ਮੈਂ ਕਿਉਂ ਘਟਾਵਾਂ, ਮੈਂ ਅੱਗੇ ਵੀ ਇਹ ਲੈ ਕੇ ਆਇਆ ਉਧਰੋਂ, ਉਹਨਾਂ ਤੇ ਮੈਨੂੰ ਕੁਝ ਨਹੀਂ ਆਖਿਆ। ਉਹਨਾਂ ਕਿਹਾ ਜੀ ਉਹ ਹੀ ਤੇ ਸਾਨੂੰ ਕੰਪਲੇਨ ਕਰਦੇ ਨੇ, ਇਸ ਵਾਸਤੇ ਤੁਹਾਨੂੰ ਸਮਾਨ ਆਪਣਾ ਕੱਢਣਾ ਪੈਣਾ, ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਕਹਿੰਦਾ ਉਹਨੇ ਰੋਲਾ ਪਾ ਦਿੱਤਾ। ਕਹਿੰਦਾ ਉਹਨਾਂ ਕਿਹਾ ਤੁਸੀਂ ਜੋ ਮਰਜ਼ੀ ਸਰ ਕਰ ਲਓ, ਲੇਕਿਨ ਸਮਾਨ ਜਿਹੜਾ ਉਹ ਤੁਹਾਨੂੰ ਵਿੱਚੋਂ ਕੱਢਣਾ ਪੈਣਾ। ਕਹਿੰਦਾ ਉਹਨਾਂ ਨੇ ਸਮਾਨ ਕਢਵਾਇਆ, ਸਾਰਿਆਂ ਦੀ ਆਕੜ ਕਾਫੀ ਟੁੱਟ ਗਈ ਸੀ। ਜ਼ਾਹਿਰੀ ਗੱਲ ਹੈ ਪਾਕਿਸਤਾਨ ਵੀ ਜਿਹੜੇ ਕਾਨੂੰਨਾਂ ਤੇ ਚੱਲਦੇ ਨੇ ਤੇ ਫਿਰ ਤੁਹਾਨੂੰ ਨਹੀਂ ਖਲੋਣ ਦਿੰਦੇ। ਕਹਿੰਦਾ ਉਹਨੇ ਫਿਰ ਉੱਥੇ ਹੀ ਬੈਗ ਸ਼ੈਗ ਖੋਲ ਕੇ ਆਪਣਾ ਸਮਾਨ ਵਿੱਚੋਂ ਕੱਢਿਆ ਤੇ ਪਸੀਨੋ ਪਸੀਨ ਹੋਇਆ ਤੇ ਇੰਗਲਿਸ਼ 'ਚ ਗੱਲਾਂ ਕਰੀ ਜੇ। ਕਹਿੰਦਾ ਬਹਰਹਾਲ ਉਹਨਾਂ ਨੂੰ ਕੀ ਪਰਵਾਹ ਸੀ, ਉਹਨਾਂ ਜ਼ਾਹਿਰੀ ਗੱਲ ਆਪਣੀ ਡਿਊਟੀ ਕਰਨੀ ਸੀ। ਕਹਿੰਦਾ ਉਹਨਾਂ ਜਿਸੇ ਸਾਰੇ ਟੈਚੀਆਂ ਦਾ ਵਜ਼ਨ ਪੂਰਾ ਕਰਕੇ ਤੇ ਉਹਨਾਂ ਜਿਸਲੇ ਸਾਰੇ ਬੋਰਡਿੰਗ ਪਾਸ ਬਣਾ ਕੇ ਤੇ ਹਾਲ ਚ ਆਇਆ। ਕਹਿੰਦਾ ਬੜਾ ਗੁੱਸੇ ਵਿੱਚ ਇਧਰੋਂ ਗੱਲਾਂ ਕਰਦਾ ਉਧਰ ਜਾਏ, ਸਾਰੇ ਬੰਦਿਆਂ ਦਾ ਫੋਕਸ ਉਸ ਬੰਦੇ 'ਚ ਆਇਆ ਕਿ ਬੰਦਾ ਜਿਹੜਾ ਬੜੇ ਗੁੱਸੇ 'ਚ ਬੜੀਆਂ ਗੱਲਾਂ ਕਰ ਰਿਹਾ। ਕਹਿੰਦਾ ਇਸ ਵੇਲੇ ਹਾਲ 'ਚ ਗੱਲਾਂ ਪਿਆ ਕਰਦਾ, ਇੱਕ ਆਫੀਸਰ ਉਹਦੇ ਕੋਲ ਆਇਆ। ਉਹਨੇ ਆਖਿਆ ਸਰ ਇਸ ਤਰ੍ਹਾਂ ਨਾ ਕਰੋ, ਇਹ ਸਾਰੇ ਬੰਦੇ ਸੁਣ ਰਹੇ ਨੇ, ਸਾਡੇ ਵਾਸਤੇ ਠੀਕ ਨਹੀਂ ਹੈ। ਕਹਿੰਦਾ ਅੱਗੂ ਨੂੰ ਥੋੜਾ ਸਮਝਾਇਆ ਤੇ ਉਹ ਬੰਦਾ ਫਿਰ ਚੁੱਪ ਕਰਕੇ ਬਹਿ ਗਿਆ ਉੱਥੇ। ਕਹਿੰਦਾ ਹਾਲਾਂਕਿ ਉਹਦੇ ਬੱਚੇ ਵੀ ਨਾਲ ਸੀ, ਬੀਵੀ ਵੀ ਨਾਲ ਸੀ, ਉਹ ਬੜੇ ਖਾਮੋਸ਼ ਹੋ ਕੇ ਬੈਠੇ, ਲੇਕਿਨ ਉਸ ਬੰਦੇ ਨੂੰ ਜਿਹੜਾ ਨਾ ਬਾਹਰ ਦਾ ਕੋਈ ਪਾਣੀ ਜ਼ਿਆਦਾ ਹੀ ਚੜ ਗਿਆ ਸੀ, ਜਿਸ ਵਜ੍ਹਾ ਤੋਂ ਉਹ ਬੰਦਾ ਬਰਦਾਸ਼ਤ ਨਹੀਂ ਕਰਦਾ ਆਇਆ ਪਿਆ। ਕਹਿੰਦਾ ਲੇਕਿਨ ਬਾਹਰ ਉੱਥੇ ਬੈਠਾ ਰਿਹਾ। ਕਹਿੰਦਾ ਜੋ ਫਲੈਟ ਦਾ ਟਾਈਮ ਹੋਇਆ, ਜਿਸ ਵੇਲੇ ਵਿੱਚ ਗਿਆ ਤੇ ਉੱਥੇ ਜਾ ਕੇ ਵੀ ਜਨਾਬ ਬੜੇ ਗੁੱਸੇ 'ਚ ਇੰਝ ਬੰਦੇ ਵੱਲ ਤੱਕੇ। ਹੁਣ ਪਤਾ ਉਹਨੂੰ ਲੱਗ ਗਿਆ ਸੀ ਕਿ ਮੈਂ ਹੁਣ ਪਾਕਿਸਤਾਨ ਨੂੰ ਨਿਕਲ ਚੱਲਾਂ, ਜਹਾਜ਼ 'ਚ ਆ ਕੇ ਬਹਿ ਗਿਆ। ਕਹਿੰਦਾ ਜਹਾਜ਼ 'ਚ ਫਿਰਦਾ ਸੀ ਅੱਗੇ ਪਿੱਛੇ, ਬੜਾ ਮੱਥੇ ਦੇ ਵੜ ਤੇ ਗੱਲਾਂ ਕਰੀ ਜੇ। ਬਹਰਹਾਲ ਕਹਿੰਦਾ ਉੱਥੇ ਬਹਿ ਗਿਆ। ਮੇਰਾ ਸਾਰਾ ਫੋਕਸ ਉਸੇ ਬੰਦੇ ਸੀ ਕਿ ਇੱਕ ਡਰਾਮਾ ਜਿਹਾ ਕਿ ਨਵੇਂ ਕਾਨੂੰਨ ਲੈ ਕੇ ਆ ਗਿਆ, ਉਹਨੂੰ ਪਤਾ ਨਹੀਂ ਹੈ ਤੂੰ ਪਾਕਿਸਤਾਨ ਨੂੰ ਭਿਆਵਨੇ, ਜ਼ਾਹਿਰੀ ਗੱਲ ਉਹਨਾਂ ਦੀ ਮਜਬੂਰੀ ਹੈ। ਕਹਿੰਦਾ ਬਹਰਹਾਲ ਉਹ ਸੀਟ ਤੇ ਬਹਿ ਗਿਆ। ਕਹਿੰਦਾ ਅੱਗੂ ਜਾ ਕੇ ਫਿਰ ਵਾਇਆ ਸੀ, ਤੁਹਾਨੂੰ ਪਤਾ ਉੱਥੋਂ ਜਾ ਕੇ ਜਾਣਾ ਹੁੰਦਾ। ਕਹਿੰਦਾ ਅਸੀਂ ਟੋਟਲ ਉਹਨੂੰ ਮੈਂ ਤੱਕਦਾ ਆ, ਵੱਖਰੇ ਤੋਂ ਵੱਖਰਾ ਉਹ ਬੰਦਾ ਡਰਾਮਾ ਕਰਦਾ ਆ, ਇੰਝ ਲੱਗਦਾ ਕਿ ਕੁਝ ਜ਼ਿਆਦਾ ਹੀ ਵਕੀਲ ਹੀ ਹੈ ਕੋਈ।
ਕਹਿੰਦਾ ਬਹਰਾਲ ਜਿਸਲੇ ਕੋਈ ਯੂਰਪ ਦੀ ਫਲੈਟ ਆਈ ਉਹ ਬੰਦਾ ਜਿਹੜਾ ਬਹਿ ਗਿਆ ਸੀ ਵਿੱਚ, ਕਹਿੰਦਾ ਉੱਥੇ ਜਿਸੇ ਯੂਰਪ ਆ ਕੇ ਲੱਥਿਆ, ਕਹਿੰਦਾ ਉਸੇ ਮੁਲਕ ਆਇਆ ਜਿਸ ਮੁਲਕ ਮੈਂ ਆਉਣਾ ਸੀ। ਕਹਿੰਦਾ ਉਹ ਬੱਚੇ ਲੈ ਕੇ ਆਇਆ ਜਿਸਲੇ, ਕਹਿੰਦਾ ਜਿਸਲੇ ਸਮਾਨ ਲਈ ਉਸ ਨਾਲ ਉਹਨੇ ਚੜਵਾਇਆ ਸੀ ਉੱਤੇ ਪਲਾਸਟਿਕ ਨਾਲ ਸਾਰੇ ਸਮਾਨ ਦੇ ਉੱਤੇ, ਸਾਰੇ ਬੈਗਾਂ ਦੇ ਉੱਤੇ। ਕਹਿੰਦਾ ਇੰਜ ਹੋਇਆ ਕਿ ਜਿਹੜਾ ਇੱਕ ਬੈਗ ਸੀ ਨਾ ਉਹ ਜਿਹੜਾ ਪਲਾਸਟਿਕ ਦੇ ਵਿੱਚੋਂ ਜਿਹੜਾ ਨਾ ਉਹਦਾ ਚੰਗਾ ਭਲਾ ਗੰਦਾ ਹੋਇਆ ਸੀ, ਇੰਜ ਲੱਗਦਾ ਕਿ ਬੈਗ ਜਿਹੜਾ ਟੁੱਟੇ ਹੈ। ਕਹਿੰਦਾ ਉਹਨੇ ਤੱਕਿਆ ਤੇ ਉਹਦੀ ਫੈਮਿਲੀ ਵੀ ਨਾਲ, ਕਹਿੰਦਾ ਉਹ ਬੜਾ ਗੁੱਸੇ 'ਚ, ਕਹਿੰਦਾ ਇਹ ਜਿਹੜਾ ਉੱਥੇ ਹੀ ਪਾਕਿਸਤਾਨ ਹੀ ਨਾ ਬੈਗ ਤਰੋੜ ਦਿੱਤਾ ਹੈ, ਜਿਹਦੀ ਵਜ੍ਹਾ ਨਾਲ ਜਿਹੜਾ ਨਾ ਮੇਰਾ ਸਾਰਾ ਸਮਾਨ ਖਰਾਬ ਹੋ ਗਿਆ। ਇਹ ਤਾਂ ਮੈਂ ਨਵਾਂ ਬਰੀਫ ਕੇਸ ਲੈ ਗਿਆ ਸਾਂ, ਇਤਨਾ ਮਹਿੰਗਾ ਮੇਰੇ ਸਮਾਨ ਆਇਆ ਵਿੱਚ। ਕਹਿੰਦਾ ਅੱਗੂ ਜਾ ਕੇ ਨਾ ਮੈਂ ਕਹਿੰਦਾ 에ਅਰਲਾਈਨ ਵਾਲਿਆਂ ਨੂੰ ਕੰਪਲੇਨ ਕਰਨਾ। ਕਹਿੰਦਾ ਮੇਰੀ ਵੀ ਇੱਕ ਚੀਜ਼ ਜਿਹੜੀ ਹੈ ਮਿਸਿੰਗ ਸੀ, ਉਹ ਕੋਈ ਨਹੀਂ ਸੀ ਆਈ। ਕਹਿੰਦਾ ਮੈਂ ਵੀ ਕੰਪਲੇਨ ਕਰਨੀ ਸੀ। ਕਹਿੰਦਾ ਮੈਂ ਕਿਹਾ ਚਲੋ ਮੈਂ ਵੀ ਜਾਣਾ ਤੇ ਉੱਥੇ ਜਾ ਕੇ ਕਰਨੇ ਆ। ਕਹਿੰਦਾ ਅੱਗੇ ਲੈਣ ਲੱਗੀ ਕਾਫੀ ਲੰਮੀ। ਕਹਿੰਦਾ ਉੱਥੇ ਜਾ ਖਲੋਤਿਆ ਤੇ ਖਲੋਵੇ ਹੀ ਕੋਨਾ। ਕਹਿੰਦਾ ਉਹਨਾਂ ਨੂੰ ਆਖੇ ਕਿ ਅਸੀਂ ਲੇਟ ਹੋ ਰਹੇ ਹਾਂ, ਉਲਟਾ ਤੁਸੀਂ ਸਾਡਾ ਨੁਕਸਾਨ ਕਰ ਦਿੱਤਾ ਤੇ ਤੁਸੀਂ ਸਾਡੀ ਗੱਲ ਨਹੀਂ ਸੁਣਿਆ। ਕਿਹਾ ਸਰ ਵੇਟ ਕਰੋ, ਜਿਹੜਾ ਨਾ ਪਹਿਲਾਂ ਤੁਹਾਡਾ ਨੰਬਰ ਜਿਸ ਟਾਈਮ ਆਵੇਗਾ ਫਿਰ ਤੁਸੀਂ ਅੱਗੇ ਆਵਿਓ। ਕਹਿੰਦਾ ਇੰਗਲਿਸ਼ 'ਚ ਗੱਲਾਂ ਕਰੀ ਜੇ, ਉਹ ਵੀ ਅੱਗੋਂ ਇੰਗਲਿਸ਼ 'ਚ ਜਵਾਬ ਦੇਣ। ਕਹਿੰਦਾ ਬਹਰਾਲ ਬਾਜ਼ ਕੋ ਨਾ ਆਵੇ। ਕਹਿੰਦਾ ਮੈਂ ਆਖਿਆ ਤੁਸੀਂ ਇੰਜ ਕਰੋ, ਮੇਰੇ ਤੋਂ ਅੱਗੇ ਹੋ ਜਾਓ ਤੇ ਮੈਂ ਜਿਹੜਾ ਪਿੱਛੇ ਹੋ ਜਾਣਾ, ਤੁਸੀਂ ਆਪਣੀ ਗੱਲ ਉਹਨਾਂ ਨੂੰ ਸੁਣਾ ਲਓ। ਕਹਿੰਦਾ 2-3 ਬੰਦੇ ਸੀ, ਕਾਫੀ ਟਾਈਮ ਲੱਗ ਜਾਂਦਾ ਇਸੇ ਰਿਪੋਰਟ ਲਾਈ ਦੀ। ਅਗਰ ਤੁਹਾਡੀ ਕੋਈ ਚੀਜ਼ ਨੁਕਸਾਨ ਹੋ ਗਈ ਹੈ ਜਾਂ ਗੁੰਮ ਗਈ ਹੈ, ਜ਼ਾਹਰੀ ਗੱਲ ਉਹਨਾਂ ਸਾਰੀ ਡਿਟੇਲ ਲਿਖਣੀ ਹੁੰਦੀ ਹੈ, ਐਡਰੈਸ ਲਿਖਣਾ ਹੁੰਦਾ ਯੂਰਪ ਦਾ, ਤੁਸੀਂ ਕਿੱਥੇ ਰਹਿ ਰਹੇ ਹੋ। ਕਹਿੰਦਾ ਬਹਰਾਲ ਉਹਨਾਂ ਸਾਰੇ ਬੰਦਿਆਂ ਜਿਸੇ ਫਾਰਗ ਕਰਕੇ ਉਹਦੀ ਵਾਰੀ ਇਤਨੀ ਦੇਰ ਨੂੰ ਜਿਸ ਤਰ੍ਹਾਂ ਪਾਕਿਸਤਾਨ ਨੂੰ ਗਰਮਜੋਸ਼ੀ 'ਚ ਆਇਆ ਸੀ ਨਾ, ਉਸ ਤੋਂ ਜ਼ਿਆਦਾ ਇੱਥੇ ਗਰਮਜੋਸ਼, ਕਿਉਂਕਿ ਇੱਥੇ ਤਾਂ ਸਾਰਾ ਤੁਹਾਨੂੰ ਪਤਾ ਕਾਨੂੰਨਾਂ ਨਾਲ ਸਿਸਟਮ ਚੱਲਦਾ ਹੈ। ਕਹਿੰਦਾ ਉਸ ਵੇਲੇ ਗਿਆ ਜਾ ਕੇ ਆਖਦਾ ਕਿ ਤੁਸੀਂ ਜਿਹੜਾ ਤੁਹਾਡੀ 에ਅਰਲਾਈਨ ਨੇ ਮੇਰਾ ਬੈਗ ਖਰਾਬ ਕਰਤਾ, ਐਡਾ ਮਹਿੰਗਾ ਵਿੱਚ ਕੱਪੜੇ ਸੀ, ਐਨੇ ਜਿਊਲਰੀ ਸੀ, ਬੜਾ ਕੁ ਕਹਿੰਦਾ ਉਹਨੇ ਦੱਸਿਆ। ਕਹਿੰਦਾ ਤੁਸੀਂ ਸਾਰਾ ਨੁਕਸਾਨ ਕਰਦਾ। ਉਹਨਾਂ ਕਿਹਾ ਸਰ ਰਿਲੈਕਸ, ਅਗਰ ਤੁਹਾਡਾ ਬੈਗ ਨੁਕਸਾਨ ਹੋਇਆ ਤੇ ਇੰਸ਼ੋਰੈਂਸ ਜਿਹੜੀ ਹੈ ਉਹ ਰਿਕਵਰ ਕਰੇਗੀ, ਤੁਸੀਂ ਘਬਰਾਓ ਨਾ ਵੀ। ਕਹਿੰਦਾ ਉਹ ਖਲੋਵੇ ਹੀ ਕੋ ਨਾ, ਲੇਕਿਨ ਤੁਸੀਂ ਤੇ ਮੈਂ ਆਪਣੀ ਦੂਰੋਂ ਲੈ ਕੇ ਆਇਆ ਚੀਜ਼ਾਂ ਇੱਥੇ ਆ ਕੇ ਖਰਾਬ ਹੋ ਗਈ। ਕਹਿੰਦਾ ਉੱਤੇ ਪਲਾਸਟਿਕ ਚੜਿਆ ਸੀ। ਕਹਿੰਦਾ ਉਹ ਗੱਲਾਂ ਹੋਰ ਕਰੀ ਜੇ। ਕਹਿੰਦਾ ਉਹ ਚੁੱਪ ਕਰਕੇ ਨਾ ਬੰਦਾ ਪਰਾਂ ਸਾਈਡੇ ਹੋ ਗਿਆ, ਰਿਪੋਰਟ ਲਿਖਣ ਨੂੰ ਵੀ ਨਾ ਆਇਆ। ਕਹਿੰਦਾ ਅੱਗੋਂ ਪੁਲਿਸ ਵਾਲੇ ਵੀ ਉੱਥੇ ਆ ਗਏ। ਉਹਨਾਂ ਆਖਿਆ ਕੀ ਮਸਲਾ ਬਣ ਗਿਆ। ਉਹਨਾਂ ਆਖਿਆ ਜੀ ਇਸ ਤਰ੍ਹਾਂ ਮਸਲਾ ਹੈ, ਬੰਦਾ ਬਦਤਮੀਜ਼ੀ ਕਰ ਰਿਹਾ, ਇਹਨੂੰ ਆਖਿਆ ਕਿ ਤੇਰੀ ਰਿਪੋਰਟ ਲਿਖਨੇ ਆ, ਸਾਰਾ ਤੇ ਜੋ ਨੁਕਸਾਨ ਹੋਇਆ ਇੰਸ਼ੋਰੈਂਸ ਕਵਰ ਕਰੇਗੀ ਅਗਰ ਅਸੀਂ ਚੈੱਕ ਕਰਾਂਗੇ ਤੇ। ਕਹਿੰਦਾ ਠੀਕ ਹੈ। ਕਹਿੰਦਾ ਲੇਕਿਨ ਪੁਲਿਸ ਵਾਲੇ ਕਹਿੰਦੇ ਇਧਰ ਸਾਈਡ ਤੇ ਆ। ਕਹਿੰਦੇ ਪੁਲਿਸ ਵਾਲੇ ਉਹਨੂੰ ਨਾਲ ਲੈ ਕੇ ਨਾ ਤੇ ਅੰਦਰ ਹੀ ਟੁਰ ਗਏ ਬਕਸਾ ਫੜ ਕੇ। ਕਹਿੰਦੇ ਹਾਂ ਜੀ ਹੁਣ ਦੱਸ ਕੇ ਮਸਲਾ। ਉਹਨੇ ਆਖਿਆ ਮਸਲਾ ਇਹ ਹੈ, ਕਹਿੰਦਾ ਪੁਲਿਸ ਵਾਲਿਆਂ ਦੇ ਸਾਹਮਣੇ ਬੜਾ ਮੱਠਾ ਹੋ ਗਿਆ, ਜ਼ਿਆਦਾ ਗੱਲ ਕਰਨਾ ਹੀ ਨਹੀਂ ਸੀ ਚਾਹੁੰਦਾ। ਕਹਿੰਦਾ ਦੱਸਦਾ ਕਿ ਇਸ ਤਰ੍ਹਾਂ ਮੈਂ ਸਮਾਨ ਉੱਥੋਂ ਬੁੱਕ ਕਰਾਇਆ ਤੇ ਮੇਰਾ ਸਮਾਨ ਜਿਹੜਾ ਇਹਨੂੰ ਨੁਕਸਾਨ ਪਹੁੰਚ ਗਿਆ ਤੇ ਬੜੀ ਪ੍ਰੋਬਲਮ ਬਣ ਗਈ ਹੈ ਮੇਰੇ ਵਾਸਤੇ। ਉਹਨਾਂ ਆਖਿਆ ਤੂੰ ਫਿਕਰ ਨਾ ਕਰ, ਤੂੰ ਚੁੱਪ ਕਰਕੇ ਇੱਥੇ ਆਪਣੀ ਰਿਪੋਰਟ ਲਿਖਾ, ਪਹਿਲਾਂ ਆਪਣਾ ਸਮਾਨ ਚੈੱਕ ਕਰਾ। ਉਹਨਾਂ ਆਖਿਆ ਠੀਕ ਹੈ ਮੈਂ ਆਪਣਾ ਸਮਾਨ ਤੁਸੀਂ ਤੱਕਦੇ ਹੋ ਪਏ। ਉਹਨਾਂ ਆਖਿਆ ਠਹਿਰ ਜਾ, ਸਬਰ ਕਰ ਜਾ, ਪਹਿਲਾਂ ਸਾਨੂੰ ਸਮਾਨ ਚੈੱਕ ਕਰ ਲੈਂਦੇ, ਅਗਰ ਤੇਰਾ ਸਮਾਨ ਖਰਾਬ ਹੋਇਆ ਤੇ ਜ਼ਾਹਿਰੀ ਗੱਲ ਹੈ ਇੰਸ਼ੋਰੈਂਸ ਨੇ ਪੂਰਾ ਕਰਨਾ ਤੇਰਾ। ਉਹਨਾਂ ਦਾ ਚੁੱਪ ਕਰਕੇ ਫਿਰ ਕਹਿੰਦਾ ਓਕੇ। ਕਹਿੰਦਾ ਉਹਨਾਂ ਲਿਆ ਕੇ ਇੱਕ ਕਟਰ ਜਾ, ਜਿਸ ਵੇਲੇ ਉਹਨਾਂ ਪਲਾਸਟਿਕ ਇੰਜ ਕਰਕੇ ਉਹਨਾਂ ਫਾੜਿਆ, ਪਲਾਸਟਿਕ ਫਾੜ ਕੇ ਤੱਕਿਆ ਇਹ ਪਲਾਸਟਿਕ ਹੀ ਫਾੜਿਆ ਤੇ ਵਿੱਚੋਂ ਜਿਹੜਾ ਨਾ ਪਾਕਿਸਤਾਨ ਨੂੰ ਜਿਹੜਾ ਲੈ ਕੇ ਆਇਆ ਸੀ ਨਾ ਕੋਈ ਬਣੀਆਂ ਚੀਜ਼ਾਂ, ਹਾਲਾਂਕਿ ਉਹਨਾਂ 에ਅਰਪੋਰਟ ਵਾਲਿਆਂ ਮਨਾ ਵੀ ਕੀਤਾ ਸੀ, ਲੇਕਿਨ ਕਹਿੰਦਾ ਉਹ ਤੇਲ ਜਿਹੜਾ ਨਾ ਸਾਰਾ ਉਹ ਇੰਜ ਕੀਤਾ ਸੀ ਕਿ ਉਹ ਸਾਰੇ ਪਲਾਸਟਿਕ ਤੇ ਲੱਗੇ ਆ, ਸਾਰੇ ਦੇ ਬੈਗ ਤੇ ਲੱਗੇ ਆ। ਕਹਿੰਦਾ ਬਹਰਾਲ ਵਿੱਚ ਚੋਇਆ ਵੀ ਬੜੀਆਂ ਜਗ੍ਹਾ ਤੇ ਸੀ। ਕਹਿੰਦਾ ਬਹਰਾਲ ਉਹ ਜਿਸ ਵੇਲੇ ਉਹਨਾਂ ਨੇ ਲਾਇਆ ਉਤੋਂ ਲਾ ਕੇ ਤੇ ਉਹਨਾਂ ਆਖਿਆ ਵੀ ਬਕਸਾ ਖੋਲ, ਉਹਨਾਂ ਸਾਈਡਾਂ ਤੋਂ ਚੈੱਕ ਕੀਤਾ, ਟਾਕੀ ਸ਼ਾਕੀ ਟਿਸ਼ੂ ਮਾਰ ਕੇ ਜਿਸ ਚੈੱਕ ਕੀਤਾ, ਕਿਧਰੋਂ ਟੁੱਟਿਆ ਨਜ਼ਰ ਨਹੀਂ ਸੀ ਆ ਰਿਹਾ। ਉਹਨੂੰ ਕਹਿੰਦੇ ਨੇ ਕਿ ਤੇਰਾ ਬੈਗ ਤੇ ਕਿਧਰੋਂ ਵੀ ਟੁੱਟਿਆ ਨਹੀਂ ਹੈ ਤੇ ਤੂੰ ਕਹਿੰਦੇ ਵੀ ਮੇਰਾ ਬੈਗ ਨੂੰ ਨੁਕਸਾਨ ਪਹੁੰਚਿਆ ਤੇ ਤੇਰਾ, ਲੇਕਿਨ ਦੇਖ ਲੈ ਕਿਸੇ ਜਗ੍ਹਾ ਤੂੰ ਇਹ ਬੈਗ ਤੇਰਾ ਟੁੱਟਿਆ ਕੋ ਨਹੀਂ। ਕਹਿੰਦਾ ਨਹੀਂ ਮੇਰਾ ਬੈਗ ਨੁਕਸਾਨ ਹੋਇਆ, ਇਸ ਤਰ੍ਹਾਂ ਹੋਇਆ। ਕਹਿੰਦਾ ਪੁਲਿਸ ਵਾਲੇ ਕਹਿੰਦੇ ਚੁੱਪ ਕਰ ਜਾ, ਤੂੰ ਮੈਨੂੰ ਦੱਸ ਕਿੱਥੋਂ ਟੁੱਟਿਆ ਜਾਂ ਕਿਹੜੀ ਜਗ੍ਹਾ ਤੂੰ ਤੇਰਾ ਬੈਗ ਨਹੀਂ ਸਹੀ। ਕਹਿੰਦਾ ਨਹੀਂ। ਕਹਿੰਦਾ ਅੱਛਾ ਤੂੰ ਇੰਜ ਕਰ, ਤੂੰ ਜਿਹੜਾ ਨਾ ਇਹ ਤਾਲਾ ਖੋਲ। ਕਹਿੰਦਾ ਇਸ ਨਾਲ ਬੈਗ ਦਾ ਨਾ ਤਾਲਾ ਖਲਵਾਇਆ ਨਾ, ਕਹਿੰਦਾ ਇੰਜ ਆ ਕਿ ਵਿੱਚ ਜਿਹੜੇ ਉਹਨੇ ਸਾਲਣ ਰੱਖੇ ਸੀ ਨਾ ਉਹ ਤੇਲ ਵਾਲੇ, ਕਹਿੰਦਾ ਉਹ ਢੱਕਣ ਜਿਹੜਾ ਉਹ ਖੁੱਲ ਗਿਆ ਸੀ ਵਿੱਚ। ਉਹ ਕਿਉਂਕਿ ਜਿਸ ਵੇਲੇ ਉਹਨਾਂ ਰੱਖਿਆ ਤੇ ਉਹਨਾਂ ਜ਼ੋਰ ਦਾ ਬੰਨਿਆ ਕੋਈ ਨਹੀਂ, ਤੂੰ ਨਾ ਹੀ ਉਹਦੇ ਤੇ ਪਲਾਸਟਿਕ ਵਗੈਰਾ ਵਲੇਟਿਆ। ਕਹਿੰਦਾ ਉਹ ਖੁੱਲ ਗਿਆ ਸੀ, ਉਹਦਾ ਸਾਰਾ ਤੇਲ ਜਿਹੜਾ ਨਾ ਉਹ ਬੈਗ 'ਚੋਂ ਬਾਹਰ ਆ ਗਿਆ ਸੀ ਤੇ ਉਸ ਦੀ ਵਜ੍ਹਾ ਨਾਲ ਜਿਹੜਾ ਨਾ ਇਹ ਮਸਲਾ ਬਣਿਆ ਸੀ। ਉਹਨਾਂ ਜਿਸ ਵੇਲੇ ਪੁਲਿਸ ਵਾਲਿਆਂ ਤੱਕਿਆ, ਉਹਨਾਂ ਖੋਲ ਕੇ ਉਹਨਾਂ ਕਿਹਾ ਦੇਖ ਤੇਰਾ ਕੀ ਮਸਲਾ, ਇਸ ਚੀਜ਼ ਦੀ ਵਜ੍ਹਾ ਤੂੰ ਬਣੇ ਹੈ। ਉਹਨਾਂ ਆਖਿਆ ਨਹੀਂ ਇਹ ਪਤਾ ਨਹੀਂ ਇਹਨਾਂ ਨੇ ਜ਼ੋਰ ਦਾ ਸਮਾਨ, ਉਹਨਾਂ ਆਖਿਆ ਜ਼ੋਰ ਦਾ ਬਿਸ਼ੱਕ ਸੱਟਿਆ, ਤੈਨੂੰ ਪਤਾ ਹੈ ਚੀਜ਼ਾਂ ਤੂੰ ਨਹੀਂ ਲੈ ਕੇ ਆ ਸਕਦਾ ਇੱਥੇ, ਤੈਨੂੰ ਕਿਸ ਤਰ੍ਹਾਂ ਉੱਥੋਂ ਲਿਆਵਣ ਦਿੱਤੀਆਂ ਨੇ। ਨਹੀਂ ਮੈਂ ਕਿਉਂ ਨਹੀਂ ਲਿਆ ਕੇ ਆ ਸਕਦਾ, ਮੈਂ ਅੱਗੇ ਵੀ ਲੈ ਕੇ। ਉਹਨਾਂ ਆਖਿਆ ਤੈਨੂੰ ਮਨਾ ਕੀਤਾ ਨਹੀਂ ਲੈ ਕੇ ਆ ਸਕਦਾ, ਲੇਕਿਨ ਕਹਿੰਦਾ ਬਹਰਾਲ ਉਹਨਾਂ ਨੇ ਇਸ ਸਾਰਾ ਸਮਾਨ ਉਹਦਾ ਚੈੱਕ ਕੀਤਾ, ਚੈੱਕ ਕਰਕੇ ਹੋਰ ਵੀ 2-3 ਚੀਜ਼ਾਂ ਸੀ ਖਾਣ ਵਾਲੇ, ਉਹਨਾਂ ਕਹਿੰਦਾ ਚੁੱਕ ਕੇ ਕਹਿੰਦਾ ਬਾਹਰ ਰੱਖ ਲਈਆਂ। ਕਹਿੰਦਾ ਬਾਹਰ ਰੱਖ ਕੇ ਉਹਨਾਂ ਨੇ ਆਖਿਆ ਆਪਣਾ ਨਾਂ ਪਤਾ ਦੇ ਹਾਂ ਸਾਰਾ। ਕਹਿੰਦਾ ਹੁਣ ਅਸੀਂ ਜਿਹੜਾ ਨਾ
ਤੇਰੀ ਇਨਕੁਆਇਰੀ ਕਰਾਂਗੇ। ਇਨਕੁਆਇਰੀ ਕਰਨ ਤੋਂ ਬਾਅਦ ਜੇ ਕਿਸੇ ਹੋਰ ਦੀ ਚੀਜ਼ ਨੂੰ ਨੁਕਸਾਨ ਪਹੁੰਚਿਆ ਤੇਰੇ ਤੇਲ ਦੀ ਵਜ੍ਹਾ ਨਾਲ ਜਾਂ ਕੋਈ ਹੋਰ ਪ੍ਰੋਬਲਮ ਬਣੀ ਹੈ ਤੇ ਜਿਹੜਾ ਫਿਰ ਤੈਨੂੰ ਅਸੀਂ ਬਾਅਦ 'ਚ ਅਸੀਂ ਆਗਾਹ ਕਰਾਂਗੇ, ਤੈਨੂੰ ਫੋਨ ਕਰਾਂਗੇ, ਤੈਨੂੰ ਫਿਰ ਮਿਲਣਾ ਚਾਹਾਂਗੇ। ਕਹਿੰਦਾ ਉਹਦਾ ਤੇ ਉਂਝ ਹੀ ਰੰਗ ਉੱਡ ਗਿਆ ਉਸੇ ਟਾਈਮ ਹੀ। ਕਹਿੰਦਾ ਬਹਰਹਾਲ ਉਹਨਾਂ ਨੇ ਜਿਸ ਨੇ ਇਨਕੁਆਇਰੀ ਸ਼ਾਇਰੀ ਕੀਤੀ, ਉਹਨਾਂ ਦੇ ਜਹਾਜ਼ ਵਿੱਚ ਜਿਹੜਾ ਤੇਲ ਦੇ ਨਿਸ਼ਾਨ ਕਾਫੀ ਜ਼ਿਆਦਾ ਪੈ ਗਏ ਸੀ ਇਹਦੀ ਗਲਤੀ ਦੀ ਵਜ੍ਹਾ ਨਾਲ। ਉਹਨਾਂ ਆਖਿਆ ਜੀ ਉਹ ਅਸੀਂ ਆਇਲ ਜਿਹੜਾ ਉਹ ਸਾਫ਼ ਕਰਾਉਣਾ। ਸਾਫ਼ ਕਰਾਉਣ ਵਾਸਤੇ ਉਹਨਾਂ ਨੇ ਆਖਿਆ ਤੈਨੂੰ ਜਿਹੜਾ 8000 ਯੂਰੋ ਦੇਣਾ ਪੈਣਾ ਤੇ ਤਾਂ ਜਿਹੜਾ ਜਹਾਜ਼ 'ਚੋਂ ਇਹ ਤੇਲ ਸਾਫ਼ ਹੋਣਾ। ਹਾਲਾਂਕਿ ਸਾਫ਼ ਕਿੰਨਾ ਕੁ ਹੋਣਾ, ਥੋੜ੍ਹਾ ਜਿਹਾ ਲੱਗਿਆ ਹੋਣਾ ਡੱਬਾ, ਲੇਕਿਨ ਉਹ ਸਪੈਸ਼ਲ ਚੀਜ਼ਾਂ ਇਸਤੇਮਾਲ ਕਰਦੇ ਨੇ। ਜ਼ਾਹਰੀ ਗੱਲ ਹੈ ਉਹ ਜਹਾਜ਼ ਦੇ ਵਿੱਚ ਤੁਹਾਨੂੰ ਪਤਾ ਕਾਰਪੇਟ ਵਗੈਰਾ ਪਿਆ ਹੁੰਦਾ ਜਿਹਦੇ ਨਾਲ ਕੰਮ ਖਰਾਬ ਹੋ ਜਾਂਦਾ। ਕਹਿੰਦਾ ਪਰ ਉਹ ਅੱਗੋਂ ਮੂੰਹ ਬਣਾਉਣ ਲੱਗ ਪਿਆ, ਹੋਰ ਕਰ ਕੀ ਸਕਦਾ ਸੀ। ਇਸ ਵਾਸਤੇ ਇਤਨਾ ਜ਼ਿਆਦਾ ਜਿਹੜਾ ਐਕਟਿੰਗ ਨਹੀਂ ਕਰਨੀ ਚਾਹੀਦੀ ਤਾਂ ਕਿ ਤੁਹਾਨੂੰ ਜਿਹੜਾ ਐਕਟਿੰਗ ਤੁਹਾਡੇ ਗਲੇ ਵਿੱਚ ਆ ਜਾਏ। ਕੋਸ਼ਿਸ਼ ਕਰਿਆ ਕਰੋ ਕਿ ਪੂਰੀ ਜੀ ਗੱਲ ਕਰੋ। ਅਗਰ ਤੁਹਾਨੂੰ ਇੰਗਲਿਸ਼ ਆਉਂਦੀ ਵੀ ਹੈ, ਜ਼ਾਹਰੀ ਗੱਲ ਹੈ ਪਾਕਿਸਤਾਨ 에ਅਰਪੋਰਟ ਵਾਲੇ ਉਹਨਾਂ ਦੀ ਮਜਬੂਰੀ ਹੈ ਸਾਰਿਆਂ ਦੇ ਸਮਾਨ ਚੈੱਕ ਕਰਨੇ, ਤੇ ਇਸ ਵਾਸਤੇ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਤੇ ਆਪੂ ਜੇ ਇੱਥੇ ਕਾਨੂੰਨ ਸਹੇ ਜੇ ਤੇ ਕੋਸ਼ਿਸ਼ ਕਰਿਆ ਕਰੋ ਉੱਥੇ ਜਾ ਕੇ ਧੀਮੇ ਲਹਿਜੇ 'ਚ ਗੱਲ ਕਰਿਆ ਕਰੋ, ਜ਼ਿਆਦਾ ਸਖਤੀ ਨਾ ਕਰਿਆ ਕਰੋ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਛ ਹੈ। ਅੱਲਾ ਹਾਫਿਜ਼।